अस्सलामुअलैकुम। वालेकुम सलाम जनाब। ਭਾਈ ਤਾਰਕ ਕੀ ਹਾਲ ਹੈ? ठीक ठाक शुक्र मौला जनाब। ਅੱਛਾ ਭਾਈ ਤਾਰਕ ਇਹ ਦੱਸਿਓ ਕਿ ਕਿੰਨੀ ਦੇਰ ਤੁਸੀਂ ਜਾਨਵਰਾਂ ਦਾ ਕੰਮ ਕਰ ਰਹੇ ਹੋ? ਅਸੀਂ ਜਾਨਵਰਾਂ ਦਾ ਕੰਮ ਜਨਾਬ ਕੋਈ 18-20 ਸਾਲ ਤੋਂ ਕਰ ਰਹੇ ਹਾਂ। 18-20 ਸਾਲ। ਤੇ ਕਿਹੜਾ ਪਿੰਡ ਜੇ ਆਪਣਾ? ਪਿੰਡ ਦਾ ਨਾਮ ਜੀ ਜਨਾਬ ਅੰਬਲਪੁਰ। ਅਹਿਮਲਪੁਰ ਪੀਰ ਗੋਗੇ ਵਾਲਾ ਹਾਂਜੀ, ਪਿੰਡ। ਹਾਂਜੀ। ਮਿਹਨਤ ਕਿੰਨੀ ਕੁ ਮਿਹਨਤ ਦਰਕਾਰ ਹੈ, ਯਾਨੀ ਦਿਹਾੜੀ ਵਿੱਚ ਕਿੰਨੇ ਕੁ ਘੰਟੇ ਸਾਨੂੰ ਦੇਣੇ ਪੈਂਦੇ ਨੇ? ਦਿਹਾੜੀ ਵਿੱਚ ਜਨਾਬ ਕੋ 3 ਘੰਟੇ ਤੋਂ ਸਵੇਰ ਲਾ ਲਓ, ਅੱਛਾ ਕੋਈ 4 ਤੋਂ 7 ਘੰਟੇ ਦੀ ਦਿਹਾੜੀ ਤੇ ਠੀਕ ਹੋ ਗਿਆ, ਬਹੁਤ ਜ਼ਰੂਰੀ। ਯਾਨੀ 7 ਕੁ ਘੰਟੇ ਦੇਣੇ ਪੈਂਦੇ ਨੇ। ਸਹੀ ਹੋ ਗਿਆ। ਅੱਛਾ ਕਿਸ ਮਦ ਚ ਦੇਣੇ ਪੈਂਦੇ ਨੇ ਜ਼ਰਾ ਕਲੀਅਰ ਕਰਿਓਗਾ। ਅਗਰ ਕੋਈ ਨਵਾਂ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੈ, ਬਿਲਫਰਜ਼ ਮੈਂ ਹੀ ਕਰਨਾ ਚਾਹਨਾ, ਤੇ ਸਵੇਰ ਜਿਹੜੇ ਤੁਸੀਂ 3 ਘੰਟੇ ਗਏ ਨੇ ਉਹ ਕਿਸ ਮਦ ਚ ਲੱਗਣੇ ਨੇ? ਜਨਾਬ ਸਵੇਰ ਤੇ ਚੁਆਈ ਕਰਦੇ ਆ, ਸਵੇਰੇ ਗੋਬਰ ਸ਼ੋਬਰ ਬਾਹਰ ਫੈਲਦੇ ਆ, ਬਹੂਰਿਆਂ ਨੂੰ ਤਕਰੀਬਨ 1.5-2 ਘੰਟੇ ਲੱਗ ਜਾਂਦੇ। ਫਿਰ ਚਾਰਾ ਕੱਟਣਾ, ਅੱਛਾ ਤੇ ਪੱਠੇ ਜਿਹੜੇ ਨਾਲ ਪਿੱਛੇ ਨੇ ਠੀਕ ਹੈ ਪੱਠੇ ਵੱਢਣੇ, ਫਿਰ ਕਤਰਾਈ ਕਰਨੀ, ਕੁਤਰ ਕਾਤਰ ਕੇ ਤਕਰੀਬਨ 10 ਵਜੇ ਕੰਮ ਹੋ ਜਾਂਦਾ ਹੈ। ਠੀਕ ਹੈ। ਉਸ ਤੋਂ ਬਾਅਦ ਅਸੀਂ ਘੱਟ ਹੋ ਜਾਂਦੇ ਹਾਂ, ਰੈਸਟ ਰੂਸਟ ਕਰਨੀ ਕੋਈ 2-3 ਵਜੇ ਤੱਕ। ਉਸ ਤੋਂ ਬਾਅਦ ਦੁਬਾਰਾ ਇੱਧਰ ਆ ਜੀ ਵੇਲੀ। ਸਹੀ ਹੈ। ਤੇ ਕੰਮ ਤਾਂ ਖੈਰ ਨਿੱਕਾ ਮੋਟਾ ਮੁੱਕਦਾ ਨਹੀਂ, ਸਾਰੀ ਦਿਹਾੜੀ ਬੰਦ ਲੱਗਾ ਰਿਹਾ। ਤੇ ਖੈਰ ਜਿਹੜਾ ਜ਼ਰੂਰੀ ਕੰਮ ਹੈ ਨਾ ਪੱਠੇ ਛੱਟਿਆਂ ਵਾਲਾ, ਜੀ ਜੀ। ਇਹ 2 ਘੰਟੇ ਸੁਬਾਹ ਲੱਗਦੇ, ਚੁਆਈ ਵੀ ਵਿੱਚ ਪਾ ਕੇ ਟਾਈਮ ਦੇ, ਤੇ 3-4 ਘੰਟੇ ਇਸ ਟਾਈਮ ਲੱਗ ਜਾਂਦੇ। ਸਹੀ ਹੈ। ਅੱਛਾ ਭਾਈ ਤਾਰਕ ਇਹ ਦੱਸਿਓ ਕਿ ਤੁਸੀਂ ਕਿਹਾ ਕਿ ਵਾਹੀ ਮਿਹਨਤ ਮਤਲਬ ਕੰਮ ਹੈ ਔਰ ਬਹੁਤ ਜ਼ਿਆਦਾ ਘੰਟੇ ਦੇ ਵਿੱਚ ਲੱਗਦੇ ਨੇ। ਅਗਰ ਕੋਈ ਨਵਾਂ ਬੰਦਾ ਕੰਮ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਕਿਹੜੀਆਂ ਕਿਹੜੀਆਂ ਗੱਲਾਂ ਜ਼ਿਹਨ 'ਚ ਰੱਖਣੀਆਂ ਪੈਣੀਆਂ ਨੇ? ਨਵਾਂ ਬੰਦਾ ਜਨਾਬ ਜਦੋਂ ਕੰਮ ਸ਼ੁਰੂ ਕਰਨਾ ਚਾਹੁੰਦਾ, ਪਹਿਲੇ ਨੰਬਰ ਤੇ ਉਹਨੂੰ ਇੰਨਾ ਤਜਰਬਾ ਵੀ ਨਹੀਂ ਹਾਸਲ ਹੋਣਾ। ਪਹਿਲੇ ਨੰਬਰ ਤੇ ਉਹਨੂੰ ਕੋਈ ਬੰਦਾ ਰੱਖਣ ਪਏਗਾ ਨਾਲ ਆਪਣੇ। ਅੱਛਾ ਮਤਲਬ ਮੁਲਾਜ਼ਮ ਬਾਹਰ ਨੂੰ, ਜਿਹੜਾ ਸਾਡੇ ਪਿੰਡ 'ਚ ਕਾਫੀ ਲੋਕਾਂ ਨੇ ਰੱਖੇ ਨੇ। ਠੀਕ ਹੈ। ਮੁਲਾਜ਼ਮ ਨਾਲ ਹੋਏਗਾ, ਕੋਈ 4-3 ਮੌਸਮ ਕੰਮ ਦਾ ਨੂੰ ਪਤਾ ਲੱਗ ਜਾਏਗਾ। ਕੰਮ ਇੰਨਾ ਮੁਸ਼ਕਿਲ ਵੀ ਨਹੀਂ ਜਿੰਨਾ ਅਸੀਂ ਕਹਿੰਦੇ ਹਾਂ, ਪਰ ਖੈਰ ਫਿਰ ਵੀ ਥੋੜਾ ਬਹੁਤਾ ਤਜਰਬਾ ਤੇ ਹੋਣਾ ਚਾਹੀਦਾ ਜੀ। ਸਹੀ ਹੋ ਗਿਆ। ਅੱਛਾ ਭਾਈ ਤਾਰਕ ਦੱਸੋ ਤੁਸੀਂ ਕਿੰਨੇ ਜਾਨਵਰਾਂ ਤੋਂ ਕੰਮ ਸ਼ੁਰੂ ਕੀਤਾ ਸੀ? ਅਸੀਂ ਜਨਾਬ ਪਹਿਲਾਂ ਤੇ ਸਾਡੇ ਵਾਲਾ ਸਾਹਿਬ ਅੱਲਾ ਜਨਤਾ ਚ ਉਹਨਾਂ ਨੇ ਘਰ ਦੇ, ਆਮੀਨ। ਉਹਨਾਂ ਨੇ ਸ਼ੁਰੂ ਤੋਂ ਕਾਫੀ ਮਈਆਂ ਰੱਖੀਆਂ ਨੇ ਜੀ ਸਿਆਲਕੋਟ ਵੀ ਖੈਰ ਰੱਖਦੇ ਰਹੇ ਨੇ, ਅਸੀਂ ਸਿਆਲਕੋਟ ਰਹੇ ਨੇ ਪਹਿਲਾਂ, ਠੀਕ ਹੈ। ਤੇ ਫਿਰ ਇੱਥੇ ਆ ਗਏ। ਅੱਛਾ ਤਕਰੀਬਨ 28-30-32 ਮਈਆਂ ਸ਼ੁਰੂ ਤੋਂ ਰਹੀਆਂ ਸਾਡੇ ਕੋਲ। ਸਹੀ ਹੈ। ਤੇ ਫਿਰ ਕੋਈ ਘਟ ਗਿਆ ਡੰਗਰ, ਫਿਰ ਅਸੀਂ ਹੁਣ ਦੁਬਾਰਾ 10-12 ਮਈਆਂ ਦੁਬਾਰਾ ਲਈਆਂ ਨੇ ਇਹ। ਅੱਛਾ ਹਾਂਜੀ। ਤੇ ਹੁਣ ਤੁਹਾਡੇ ਕੋਲ ਮਾਸ਼ਾਅੱਲਾ ਕਿੰਨੇ ਜਾਨਵਰ ਨੇ? ਹੁਣ ਤੇ ਜਨਾਬ 35 ਜਾਨਵਰ ਹੈ ਇਹ। ਯਾਨੀ ਕਿ ਤੁਸੀਂ ਛੋਟੀ ਤਰੰਡੀ ਬਣਾ ਲਈ ਹੈ। ਹਾਂਜੀ। ਤਰੰਡੀ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੋਂ ਲੋਕ ਕਿੰਨੇ ਜਾਨਵਰ? 15-16 ਡੰਗਰਾਂ ਦੇ ਉੱਤੇ ਜਿੰਨੀ ਵੀ ਤਰੰਡੀ ਕਹਿ ਲਓ ਤੁਸੀਂ। ਅੱਛਾ ਹਾਂਜੀ। ਸਹੀ ਹੋ ਗਿਆ। ਅੱਛਾ ਤੁਸੀਂ ਇਸ ਟਾਈਮ ਤੁਹਾਡੇ ਕੋਲ ਮਾਸ਼ਾਅੱਲਾ 30-35 ਜਾਨਵਰ ਹੈ ਨੇ, ਤੇ ਵਾਲਾ ਸਾਹਿਬ ਨੇ ਜਦੋਂ ਕੰਮ ਛੱਡਿਆ ਸੀ ਉਦੋਂ ਕਿੰਨੇ ਜਾਨਵਰ ਹਨ? ਉਦੋਂ ਜਾਨਵਰ ਸਾਡੇ ਕੋਲ ਬਹੁਤੇ ਸਨ ਜਨਾਬ, ਮੋਟੀਆਂ ਕੋਈ 32 ਮੱਝਾਂ ਸਾਡੇ ਕੋਲ। ਅੱਛਾ। ਇਸ ਟਾਈਮ ਤੋਂ 20 ਮਈਆਂ ਨੇ, ਉਸ ਟਾਈਮ 32 ਮਈਆਂ ਹਨ। ਠੀਕ ਹੈ। ਤੇ ਕੀ ਗੱਲ ਫਿਰ ਘਟਾਇਆ ਕਿਉਂ ਫਿਰ? ਘਟਾਇਆ ਫਿਰ ਕੋਈ, ਮੈਂ ਤੇ ਮੇਰਾ ਵੱਡਾ ਭਾਈ ਆ, ਬੱਚੇ ਸਕੂਲ ਜਾਂਦੇ ਹਨ, ਜੀ ਉਹ 2 ਹੀ ਜਣੇ ਸੀ। ਬਟ ਫਿਰ ਉਹ ਮੁੰਡੇ ਖੈਰ ਨਾਲ ਰਲ ਪਿਆ, ਮੁੰਡਾ ਭਤਰੀਆ ਮੇਰਾ, ਜੀ। ਤੇ ਫਿਰ ਕੰਮ ਥੋੜਾ ਅਸੀਂ ਵਧਾਇਆ ਥੋੜਾ ਜਿਹਾ। ਸਹੀ ਹੋ ਗਿਆ। ਤੇ ਹੁਣ ਕਿੰਨੇ ਬੰਦੇ ਕੰਮ ਕਰ ਰਹੇ ਹੋ? ਉਹ ਅਸੀਂ 3 ਜਨਾਬ। 35 ਜਾਨਵਰਾਂ ਨੂੰ 3 ਬੰਦੇ ਸੰਭਾਲ ਰਹੇ ਹੋ? ਇਹਨੇ ਜਿਹੜਾ ਮੁੰਡਾ ਇੱਥੇ ਨੇ ਡੰਗਰ ਡੁੰਗਰ ਬਾਹਰ ਫੇਰ ਲਿਆ ਨੇ। ਠੀਕ ਹੈ। ਅਸੀਂ 2 ਭਰਾ ਜਿਹੜੇ ਪੱਠੇ ਪੁੱਠੇ। ਨਹੀਂ 35 ਜਿਹੜੇ ਨੇ ਤੁਹਾਡੇ ਛੋਟੇ ਵੱਡੇ ਜਾਂ ਸਾਰੇ ਪਾ ਕੇ, ਹਾਂਜੀ, ਜਾਂ ਸਿਰਫ ਵੱਡੇ ਵੱਡੇ? ਨਹੀਂ 35 ਕਿੰਨਾ ਛੋਟੇ ਮੋਟੇ ਸਾਰੇ ਪਾ ਕੇ। ਹਾਂਜੀ, ਕੋਈ ਬਾਹਰ ਠੀਕ ਹੋ ਗਿਆ। ਅੱਛਾ ਭਾਈ ਤਾਰਕ ਬੜੀ ਅਹਿਮ ਗੱਲ ਹੈ, ਸਭ ਤੋਂ ਪਹਿਲੇ ਸਾਨੂੰ ਇਹ ਦੱਸਿਓ ਕਿ ਜਿਹੜੇ ਬੰਦੇ ਦੀ ਆਪਣੀ ਜਗ੍ਹਾ ਨਹੀਂ, ਹਰ ਬੰਦਾ ਜਗ੍ਹਾ ਵੀ ਨਹੀਂ ਲੈ ਸਕਦਾ। ਜੀ ਜੀ। ਨਾ ਹੀ ਲਈ ਜਾਂਦੀ ਹੈ ਔਰ ਨਾ ਹੀ ਅਫੋਰਡ ਕਰ ਸਕਦੇ ਨੇ ਕੁਝ ਲੋਕ, ਲੇਕਿਨ ਕੀ ਕਰਨ, ਕਾਰੋਬਾਰ ਤੇ ਕਰਨਾ ਹੈ। ਹੁਣ ਜਿਹੜਾ ਬੰਦਾ ਆਪਣੀ ਜਗ੍ਹਾ ਨਾ ਹੋਏ ਉਹ ਇਹ ਕਾਰੋਬਾਰ ਕਰ ਸਕਦਾ ਹੈ? ਜਨਾਬ ਕਾਰੋਬਾਰ ਤੇ ਕਰ ਸਕਦਾ। ਪੱਠਾ ਅੱਜ ਕੱਲ੍ਹ ਲੱਭ ਜਾਂਦਾ ਬੇਸ਼ੁਮਾਰ। ਸਹੀ ਹੈ। ਟੋਕੇ ਦੇ ਕੁਤਰੇ ਕਤਰਾ ਵੀ ਲੱਭ ਜਾਂਦੇ ਨੇ। ਠੀਕ ਹੈ। ਤੇ ਫਿਰ ਉਹ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲੇ ਤਾਂ ਮਈਆਂ ਉਹਦੇ ਕੋਲ ਜਿਹੜੇ ਵੀ ਡੰਗਰ ਜਾਨਵਰ ਹੋਣਗੇ ਜੀ, ਉਹ ਦੁੱਧ ਵਾਲੇ ਹੋਣ, ਸਹੀ ਹੈ। ਕਿਉਂਕਿ ਫਾਲਤੂ ਜਾਨਵਰ ਨਾ ਹੋਏ ਦੁੱਧ ਤੋਂ ਇਲਾਵਾ। ਸਹੀ ਹੈ। ਫਿਰ ਉਹ ਮੰਗਿਆ ਪੱਠਾ ਲੈਣਾ, ਤੂੜੀ ਆਦਿ ਤੁਹਾਨੂੰ ਪਤਾ ਮੁੱਲਦੀ ਹੈ। ਅੱਛਾ ਇਹ ਬੜੀ ਜ਼ਬਰਦਸਤ ਤੁਸੀਂ ਗੱਲ ਕੀਤੀ ਹੈ, ਇੱਥੋਂ ਕਲੀਅਰ ਕਰਿਓ। ਜਿਹੜੇ ਬੰਦੇ ਕੋਲ ਆਪਣੀ ਜਗ੍ਹਾ ਨਹੀਂ, ਜੀ, ਉਹ ਫਿਰ ਦੁੱਧ ਵਾਲੇ ਹੀ ਜਾਨਵਰ ਰੱਖੇ? ਦੁੱਧ ਵਾਲੇ ਰੱਖਦੇ ਨਾਲ ਜਗ੍ਹਾ ਖੈਰ ਜਿਹਨਾਂ ਠੇਕੇ ਛੇਕੇ ਤੇ ਵੀ ਖੈਰ ਲੱਭ ਜਾਂਦੀ ਹੈ ਸਾਡੇ ਪਿੰਡਾਂ 'ਚ। ਸ਼ਹਿਰਾਂ ਦਾ ਤੁਹਾਨੂੰ ਪਤਾ ਕੋਈ ਜੀ। ਨਹੀਂ, ਸ਼ਹਿਰਾਂ 'ਚ ਟੋਕਾ ਲੱਗੇ ਨੇ, ਕੁਤਰੇ ਕਤਰੇ ਪੱਠੇ 12 ਮਹੀਨੇ ਮਿਲ ਜਾਂਦੇ ਨੇ। ਅੱਛਾ ਤਿੰਨ ਚੀਜ਼ਾਂ ਨੇ, ਇੱਕ ਤੇ ਟੋਕਾ ਨਾ, ਹਾਂਜੀ। ਟੋਕੇ ਤੋਂ ਪੱਠੇ ਕੁਤਰਾਈ ਮਿਲ ਗਏ। ਜੀ ਜੀ। ਉਹਦੇ ਬਾਅਦ ਜ਼ਮੀਨ ਜਿਹੜੀ ਹੈ ਇੱਥੋਂ ਪੱਠੇ ਪਿੰਡਾਂ ਤੋਂ ਵੀ ਮਿਲ ਜਾਂਦੇ ਨੇ, ਯਾਨੀ ਅਗਰ ਮੁੱਲ ਤੁਸੀਂ ਪੱਠੇ ਲੈ ਲੈਂਦੇ। ਪਿੰਡਾਂ ਨੂੰ ਮਿਲ ਜਾਂਦੇ ਬਹੁਤ ਪੱਠੇ। ਇੱਕ ਹੁੰਦਾ ਜ਼ਮੀਨ ਠੇਕੇ ਤੇ ਲੈਣਾ। ਹਾਂਜੀ। ਤਿੰਨਾਂ ਵਿੱਚੋਂ ਕੀ ਬਿਹਤਰ ਸਮਝਦੇ ਹੋ? ਬਿਹਤਰ ਜਨਾਬ ਹੈ ਕਿ ਜ਼ਮੀਨ ਠੇਕੇ ਤੇ ਲੈ ਲਓ ਤੁਸੀਂ। ਅੱਛਾ ਠੇਕਾ ਕਿੰਨਾ ਵੇ ਇੱਥੇ? ਠੇਕਾ ਤੇ 40,000 ਦੇ ਸਾਲ ਦਾ, ਸਾਲ ਦਾ 40,000 ਕਿੱਲੇ ਦਾ। ਕਿੱਲੇ ਦਾ? ਹਾਂਜੀ। ਅੱਛਾ ਉਹਦੇ ਉੱਤੇ ਪੱਠੇ ਬੀਜਣ ਲੱਗਿਆ ਕਿੰਨੇ ਪੈਸੇ ਲੱਗੇ? ਉਹ 15-20 ਹਜ਼ਾਰ 15,000 ਰੁਪਏ ਲੱਗ ਜਾਂਦਾ। ਯਾਨੀ 40 ਤੇ 15 ਇਹ ਹੋ ਗਿਆ 55। 55 ਤੇ ਖੈਰ ਸਾਲ ਅੱਗੋਂ ਫਸਲਾਂ ਵੀ 2 ਹੋਣੀਆਂ ਨੇ, 2 ਹੋਣੀਆਂ ਨੇ। ਪਸ਼ਾਲਾ ਵੀ ਤੁਸੀਂ ਜਾਣਾ ਤੇ ਸਟਾਲੇ ਤੇ ਚਰੀ ਤੇ ਜਾਂ ਸਟਾਲੇ ਤੇ ਅਲੱਗ-ਅਲੱਗ ਪੈਸੇ? ਨਹੀਂ ਕੋਈ ਰੇਟ ਇੱਥੇ ਨਹੀਂ, ਮੈਂ ਪੁੱਛਣਾ ਚਾਹ ਰਿਹਾ ਕਿ 15,000 ਸਟਾਲੇ ਦਾ ਅਲੱਗ ਤੇ 15,000 ਚਰੀ ਦਾ ਅਲੱਗ। ਹਾਂਜੀ ਬਿਲਕੁਲ।
ਤੇ ਫਿਰ ਇਹ ਹੋ ਗਿਆ ਤਕਰੀਬਨ 30,000 ਹੋ ਗਿਆ ਹਾਂਜੀ ਔਰ 40,000 ਠੇਕਾ ਹੋ ਗਿਆ, ਯਾਨੀ 70,000 ਹੋ ਗਿਆ। 70,000 ਰੁਪਏ ਤਾਂ ਮਹਿਸੂਸ ਖੈਰ ਡੰਗਰਾਂ ਵਾਲੇ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ। ਹਾਂਜੀ 70,000 ਤੇ ਪੂਰੇ ਸਾਲ ਦਾ ਇੱਕ ਮਿਨੀਮਲ ਜੀ ਥੋੜੀ ਜਿਹੀ ਅਮਾਉਂਟ ਹੈ, ਅਗਰ ਵੇਖਿਆ ਜਾਏ ਤਾਂ ਇੱਕ ਥੋੜੀ ਅਮਾਉਂਟ ਹੈ 70,000 ਪੂਰੇ ਸਾਲ 'ਚ। ਹਾਂਜੀ ਅੱਛਾ ਪੱਠੇ ਬੀਜਣ ਤੋਂ ਇਲਾਵਾ ਵੀ ਕੋਈ ਖਰਚਾ ਹੈ, ਯਾਨੀ ਪਾਣੀ ਲਾਣਾ ਜਾਂ ਖਾਦ ਸ਼ਾਦ ਕਿ ਸਾਰਾ ਤੁਸੀਂ ਵਿੱਚ ਹੀ ਪਾਇਆ? ਖਾਦ ਸ਼ਾਦ ਪਾਣੀ ਪੈਣੀ ਜਨਾਬ, ਅਸੀਂ ਜ਼ਿਆਦਾ ਖਾਦ ਘੱਟ ਹੀ ਪਾਉਂਦੇ, ਅੱਛਾ ਰੂੜੀ ਪਾਣੀ ਜ਼ਿਆਦਾ। ਠੀਕ ਹੈ, ਇਹ ਜਾਨਵਰਾਂ ਦੀ ਹੈ ਗੋਬਰ ਜਿਹੜਾ। ਹੋਇਆ ਪਿੱਛੇ ਸਹੀ ਹੈ। ਤੁਹਾਡੀ ਆਪਣੀ ਕਿੰਨੀ ਜ਼ਮੀਨ ਹੈ ਤੇ ਠੇਕੇ ਤੇ ਕਿੰਨੀ ਲੈਂਦੇ ਹੋ? ਸਾਡੀ ਜਨਾਬ ਆਪਣੀ ਜ਼ਾਤੀ ਕੋਈ 5 ਕਿੱਲੇ ਜ਼ਮੀਨ ਜੇ। 5 ਕਿੱਲੇ? ਹਾਂਜੀ। ਠੀਕ ਹੈ। ਤੇ ਠੇਕੇ ਤੇ ਕੋਈ ਐਸੀ ਸਿਆਜ ਲਈ ਸੀ 3 ਕਿੱਲੇ ਸ਼ਾਲੇ ਵਾਸਤੇ ਲਈ ਸੀ। 3 ਕਿੱਲੇ ਲਈ ਸੀ ਤੇ ਠੇਕੇ ਤੋਂ ਬਗੈਰ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ? ਠੇਕੇ ਤੇ ਬਗੈਰ ਗੁਜ਼ਾਰਾ ਨਹੀਂ ਹੁੰਦਾ, ਫਿਰ ਕਣਕ ਵੀ ਰਾਉਂਦੇ ਹਾਂ। ਅੱਛਾ ਪੱਠੇ ਵੀ ਸ਼ਾਲੇ ਰਾਣਾ ਪੈਂਦਾ, ਕਣਕ ਦਾ ਦੂੜੀ ਘਾਟ ਬਣ ਜਾਂਦੀ, ਦਾਣੇ ਬਣ ਜਾਂਦੇ ਨੇ। ਸਹੀ ਹੈ। ਤੇ ਅਗਰ ਬੰਦਾ ਠੇਕੇ ਤੇ ਜ਼ਮੀਨ ਨਹੀਂ ਲੈਂਦਾ, ਉਂਝ ਬੰਦਾ ਮੁੱਲ ਪੱਠੇ ਲੈ ਲੈਂਦਾ, ਉਹ ਕਿੰਨੇ ਤੋਂ ਰੇਟ ਮਿਲੇਗਾ? ਇੱਥੇ ਜਨਾਬ 60,000 80,000 ਤੋਂ ਕਿੱਲਾ ਮਿਲਦਾ ਜੇ ਸਾਰੇ ਲੋਕ ਪੱਠੇ ਦੇ ਸ਼ਾਲੇ ਦਾ। ਉਹ ਕਿੰਨੇ ਦੇਰ ਤੱਕ ਚੱਲਦੇ ਨੇ? ਉਹ 5-6 ਮਹੀਨੇ 5 ਮਹੀਨੇ ਚੱਲ ਜਾਂਦੇ ਨੇ। ਹਾਂਜੀ। ਯਾਨੀ ਕਿ ਅਗਰ ਆਪੀ ਲਾਈਏ ਤੇ ਫਿਰ ਸਾਰੇ ਵਿੱਚ ਖਰਚੇ ਖੁਰਚੇ ਪਾ ਪੂ ਕੇ ਤਕਰੀਬਨ ਗੱਲ 70-80,000 ਬਣ ਜਾਂਦਾ। ਉੱਥੇ ਜਾ ਪੈਂਦੀ ਜੀ, ਉੱਥੇ ਹੀ ਪਈ ਜਾਂਦੀ ਹੈ। ਉੱਥੇ ਜਾ ਪੈਂਦੀ। ਫਰਕ ਕਿੰਨਾ ਫਿਰ ਆਇਆ? ਪਰ 10-15,000 ਦਾ ਫਰਕ ਪੈਂਦਾ ਜੀ। 10-15,000 ਦਾ ਪੈਂਦਾ। ਤੇ ਜੇ ਅਗਰ ਬੰਦਾ ਅੱਛੇ ਤਰੀਕੇ ਨਾਲ ਪੱਠੇ ਬੀਜੇ ਫਿਰ ਬਹੁਤਾ ਵੀ ਪੈ ਸਕਦਾ। ਬਿਲਕੁਲ ਹਾਂਜੀ। ਸਹੀ ਫਿਰ ਹੋ ਆਪਣੀ ਖਾਦ ਖੂਦ ਪਾ ਕੇ ਪੱਠੇ ਚੰਗੇ ਨਾਕ ਨਾਕ ਰਾਏ ਹੁਣ ਤੇ ਜੀ ਬਿਹਤਰ ਕੰਮ ਹੋ ਜਾਂਦਾ। ਅੱਛਾ ਗੱਲ ਫਿਰ ਅਸੀਂ ਉੱਥੇ ਹੀ ਲਿਆਵਾਂਗੇ ਕਿ ਇੱਕ ਬੰਦੇ ਦੀ ਜ਼ਮੀਨ ਨਹੀਂ, ਉਹ ਜ਼ਮੀਨ ਤੋਂ ਬਗੈਰ ਕਾਰੋਬਾਰ ਕਰਨਾ ਚਾਹੁੰਦਾ ਹੈ, ਘਾਟੇ 'ਚ ਤੇ ਨਹੀਂ ਜਾਏਗਾ, ਉਹਨੂੰ ਰਿਸਕ ਤੇ ਨਹੀਂ ਕੋਈ? ਜਨਾਬ ਰਿਸਕ ਤੇ ਖੈਰ ਨਹੀਂ, ਅੱਜ ਇਸ ਦੌਰ ਦੀ ਰਿਸਕ ਕੋਈ ਨਹੀਂ, ਕਿਉਂਕਿ ਜਾਨਵਰਾਂ ਦਾ ਰੇਟ ਹੀ ਇੰਨਾ ਕਰ ਕੋਈ ਨਹੀਂ ਘਾਟਾ ਪੈ ਸਕਦਾ ਉਹਨੂੰ। ਅੱਛਾ ਹਾਂ। ਦੁੱਧ ਦਾ ਵੀ ਰੇਟ ਮਿਲ ਜਾਂਦਾ ਸਹੀ? ਦੁੱਧ ਦਾ ਵੀ ਰੇਟ ਠੀਕ ਹੈ ਤੇ ਕਸਾਵਾ ਮੁੱਲ ਡੰਗਰ ਵੀ ਮੁੱਖ ਗੋਸ਼ਤ ਦਾ ਕਸਾਵਾ ਕੰਮ ਵੀ ਬਹੁਤ ਤੇਜ਼ ਹੈ। ਸਹੀ ਹੈ। ਤੇ ਜਾਨਵਰ ਖੈਰ ਹੁੰਦੇ ਮਾਸ਼ਾਅੱਲਾ ਚੰਗੇ ਜਾਨਵਰ ਹੋਣ ਤੇ ਦੁੱਧ ਵਾਲੇ ਘਾਟਾ ਕੋਈ ਨਹੀਂ ਹੈ। ਠੀਕ ਹੋ ਗਿਆ। ਅੱਛਾ ਇਹ ਦੱਸਿਓ ਕਿ ਤੁਹਾਡਾ ਮਾਸ਼ਾਅੱਲਾ 35 ਜਾਨਵਰਾਂ ਚੋਂ ਦੁੱਧ ਕਿੰਨਾ ਨਿਕਲ ਆਉਂਦਾ, ਯਾਨੀ ਕਿੰਨੀਆਂ ਲਹਿਰੀਆਂ ਮੱਝਾਂ ਦੁੱਧ ਦੇਣ ਵਾਲੀਆਂ? ਇਹ ਜਨਾਬ ਇਸ ਟਾਈਮ ਤੇ ਲੈਰੀਆਂ ਮਈਆਂ ਵਿੱਚ 3 ਡੰਗਰ ਨੇ ਸਾਡੇ ਲੈਰੇ, ਉਹ ਸਾਰੇ ਮਾਲ, ਬਾਕੀ ਮਾਲ ਖਾਂਗੜਾ ਹੈ, ਜਿਹਨੂੰ ਖਾਂਗੜ ਕਹਿੰਦੇ ਆ। ਦੇਖੋ 3 ਤਰ੍ਹਾਂ ਦਾ ਮਾਲ ਹੁੰਦਾ, ਇੱਕ ਲਹਿਰਾ, ਇੱਕ ਖਾਂਗੜਾ ਤੇ ਇੱਕ ਸੁੱਕਾ। ਸੁੱਕਾ ਘੱਟ ਹੀ ਹੈ, ਜ਼ਿਆਦਾ ਖਾਂਗੜਾ ਤੇ ਲੈਰਾ ਘੱਟ ਹੈ। ਤੇ ਖਾਂਗੜੀ ਮੱਝ ਕਿੰਨਾ ਕੁ ਦੁੱਧ ਐਵਰੇਜ ਦਿੰਦੀ ਹੈ ਘੱਟ ਤੋਂ ਘੱਟ? ਪੁੱਤ 7-8 ਸਿਰ ਦੇ ਰਹੀਆਂ ਜੀ ਦੋਵਾਂ ਟਾਈਮਾਂ ਦਾ? ਹਾਂਜੀ। ਅੱਗੋਂ ਤੇ ਤੁਹਾਡਾ ਕਿੰਨਾ ਸਜਰੇ ਹੋ ਅਗਰ ਸਾਰਾ ਮਾਲ ਹੋਏ ਤਾਂ ਕਿੰਨੇ? ਸਾਡਾ ਮਾਸ਼ਾਅੱਲਾ ਸਿਆਲ ਚ 3.5 ਮਣ ਪੌਣੇ 4 ਮਣ ਦੁੱਧ ਹੁੰਦਾ ਰਿਹਾ ਜੀ ਆਪਣਾ ਸਾਡੇ ਜੀ। ਅੱਛਾ ਹੁਣ ਗਰਮੀਆਂ 'ਚ ਤੇ ਹੁਣ ਥੋੜਾ ਜਿਹਾ ਘਟ ਗਿਆ ਦੁੱਧ, ਕੋਈ ਮਣ ਘਟ ਗਿਆ। ਮਣ ਘਟ ਗਿਆ ਹੁਣ ਕਿੰਨਾ? ਹੁਣ 2.5 ਮਣ ਹੈ। ਆ 100 ਕਿਲੋ ਹੋ ਜਾਂਦਾ ਹੁਣ। ਅੱਛਾ 100 ਕਿਲੋ ਹੀ ਜਾਂਦਾ। 35 ਜਾਨਵਰਾਂ 'ਚ ਖਾਂਗੜੇ ਤੇ ਲਹਿਰੇ ਜਿੰਨੇ ਵੀ ਪਾ ਕੇ 35 ਤਕਰੀਬਨ ਘੱਟ ਵੱਚ ਬਾਹਰ ਬੱਜੇ। ਹਾਂਜੀ ਉਹ ਅਲੱਗ ਕਰਕੇ ਨਾ। ਹਾਂਜੀ ਹਾਂਜੀ। ਅੱਛਾ ਤੇ ਇਹ ਦੱਸਿਓ ਕਿ ਰੇਟ ਕਿੰਨਾ ਦੁੱਧ ਦਾ? ਰੇਟ ਜਨਾਬ ਅਸੀਂ 80 ਰੁਪਏ ਦੇ ਰਹੇ ਹਾਂ। 80 ਆਪੀ ਵੇਚਦੇ ਹੋ ਪਏ ਜਾਂ ਦੋਧੀ ਨੂੰ? ਦੋਧੀ ਨੂੰ ਦਿੰਦੇ ਆ, ਤੇ ਜਿਹੜਾ ਘਰਾਂ 'ਚ ਕੋਈ ਪਰਚੂਨ ਦਿੰਦੇ ਆ ਉਹ 100 ਰੁਪਏ ਦਿੰਦੇ ਆ। ਘਰਾਂ 'ਚ 100 ਹਾਂ ਤੇ ਦੋਧੀ ਨੂੰ 80? ਜੀ। ਘਰਾਂ 'ਚ ਕਿੰਨਾ ਦਿੰਦੇ ਹੋ ਪਏ? ਘਰਾਂ 'ਚ ਕੋਈ 5-6 ਕਿਲੋ ਤੇ ਸਵੇਰ 2 ਟਾਈਮਾਂ ਦਾ 2-3 ਕਿਲੋ ਲੈ ਦੋ ਦਿਨ ਜਾ ਇਹਦੀ ਘਰਾਂ 'ਚ ਨਾ ਹੁੰਦੇ ਨਾ ਬਰਾਬਰ? ਹੁੰਦੇ ਬਰਾਬਰ ਹੀ ਆ, ਸਹੀ ਹੈ। ਬਸ ਨਾ ਮਾਰੇ। ਇਹਦੀ ਜ਼ਿਆਦਾ ਤੁਹਾਡਾ ਜਿਹੜਾ ਵੇ ਉਹ ਦੁੱਧ ਸ਼ਹਿਰ ਹੀ ਜਾਂਦਾ ਸ਼ਹਿਰ ਹੀ ਜਾਂਦਾ। ਤੇ ਆਪੀ ਨਹੀਂ ਤੁਸੀਂ ਦੁੱਧ ਵੇਚ ਸਕਦੇ? ਜਨਾਬ ਵੇਚ ਸਕਣੇ ਆ ਅਸੀਂ ਆਪੇ। ਕਦੀ ਕੀਤਾ ਜੇ ਤਜਰਬਾ? ਤਜਰਬਾ ਕੀਤਾ ਜਨਾਬ, ਦੱਸਿਓ ਬਸ ਨਾ ਤਜਰਬਾ ਤੇ ਖੈਰ ਸ਼ਹਿਰ 'ਚ ਅੱਛੀ ਦੁਕਾਨਦਾਰ ਹੋਏ ਅੱਛਾ ਤੇ ਚੰਗਾ ਰੇਟ ਦੇਣ ਵਾਲਾ ਹੋਏ ਦੁੱਧ ਚੰਗਾ, ਉਹਨੂੰ ਮਾਸ਼ਾਅੱਲਾ ਕਰੀਬ 35,000 ਰੁਪਏ ਦਾ ਵੀ ਫਰਕ ਮਹੀਨੇ 'ਚ ਪੈ ਜਾਂਦਾ ਜੀ। ਅਗਰ ਆਪੀ ਜਾ ਕੇ ਵੇਚੀਏ ਤਾਂ ਕਿੰਨੇ ਦਾ ਮਿਲੇਗਾ ਪੈਸੇ? ਕਿੰਨੇ ਦਾ ਦੁੱਧ ਪਏਗਾ ਤੁਹਾਨੂੰ? ਸਾਨੂੰ 90 ਰੁਪਏ 90-95 ਰੁਪਏ ਰੇਟ ਲੱਗ ਜਾਂਦਾ ਜਨਾਬ ਸ਼ਹਿਰ। ਨਹੀਂ 90-95 ਥੋੜਾ ਨਹੀਂ 100 ਨਹੀਂ ਲੱਭਦਾ? ਨਹੀਂ ਉਹ 100 ਫਿਰ ਘਰਾਂ 'ਚ ਪਰਚੂਨ ਦੇਣਾ ਪੈਂਦਾ ਨਾ, ਘਰਾਂ 'ਚ ਫਿਰ ਕੇ। ਹਾਂਜੀ ਤੇ ਦੁਕਾਨ ਦੇ ਲੁੱਦੋ ਦੋ। ਯਾਨੀ ਅਗਰ ਦੋਧੀ ਜਿਹੜਾ ਵੇ ਉਹ ਖੜਦਾ ਤੇ 80, ਆਪੀ ਜਾ ਕੇ ਸ਼ਹਿਰਾਂ 'ਚ ਦੁਕਾਨਾਂ ਤੇ ਲੁੱਦ ਗਈ ਤੇ 90, ਹਾਂਜੀ ਯਾਨੀ 10 ਰੁਪਏ ਦਾ ਫਰਕ ਹੈ। 10 ਰੁਪਏ ਦਾ ਤੇ ਫਰਕ। ਉਹ ਤਾਂ ਫਿਰ ਬੰਦਾ- ਉਹ ਨਹੀਂ ਖੇਚਲ ਵੀ ਬਹੁਤੀ। ਖੇਚਲ ਬੋਦੀ ਫਿਰ ਗੱਡੀ ਦਾ ਕਿਰਾਇਆ ਸ਼ਰਾਇਆ ਵੀ ਇੱਥੋਂ ਗੱਡੀਆਂ ਜਾਂਦੀਆਂ ਨੇ, ਉਹ ਅਸੀਂ ਫਿਰ ਕਹਿ ਸਕਦੇ ਹਾਂ ਕਿ ਜਿਹਦਾ ਬਹੁਤ ਜ਼ਿਆਦਾ ਦੁੱਧ ਹੈ, ਜਿਹੜਾ ਗੱਡੀ 'ਚ ਜਾਂਦਾ ਉਹਨੂੰ ਫਾਇਦਾ ਹੈ, ਉਹਨੂੰ ਫਾਇਦਾ ਬਿਲਕੁਲ। ਜਿਹਦਾ ਤਕਰੀਬਨ ਜਿਸ ਬੰਦੇ ਬਹੁਤੇ ਨੇ- ਮਨਾਂ 'ਚ ਜਾਂਦਾ। ਜਿਸ ਬੰਦੇ ਨੇ ਇੱਥੇ ਦੇ ਜਾਣਾ ਉਹ ਬੰਦਾ ਵੀ ਨਾਲ ਵੱਜਣਾ, ਜਿਹਨੇ ਜਾਣਾ 4 ਫੇਰੇ ਬਣ ਜਾਣੇ ਸ਼ਹਿਰ ਦੇ। ਯਾਨੀ ਕਿ ਫਿਰ ਇਹ ਫਾਇਦੇ ਵਿੱਚ ਸਹੀ ਹੋ ਗਿਆ। ਅੱਛਾ ਅਗਰ ਇੱਕ ਬੰਦਾ ਕੰਮ ਸ਼ੁਰੂ ਕਰਨਾ ਚਾਹੁੰਦਾ, ਹੁਣ ਤੁਹਾਡੇ ਡੇਰੇ ਦੀ ਗੱਲ ਕਰ ਲੈਂਦੇ ਹਾਂ, ਲੋਕ ਅਕਸਰ ਸਾਨੂੰ ਪੁੱਛਦੇ ਨੇ ਕਿ ਕਿੰਨੀ ਜਗ੍ਹਾ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲੇ ਸਾਨੂੰ ਦੱਸਿਓ ਕਿ 35 ਜਾਨਵਰਾਂ ਵਾਸਤੇ ਤੁਸੀਂ 35 ਰੱਖੇ ਨੇ, ਤੁਹਾਡੇ ਵਾਲ ਸਾਹਿਬ ਨੇ ਵੀ ਰੱਖੇ, ਜਿਹੜੀ ਜਗ੍ਹਾ ਵੇ ਕੱਚੀ ਵੀ ਔਰ ਛਤੀ ਵੀ ਔਰ ਨਵਾਨ ਧਵਾਉਣ ਲਈ ਵੀ, ਤੂੜੀ ਵਾਸਤੇ ਵੀ ਤੇ ਇਹ ਟੋਕੇ ਵਾਸਤੇ ਵੀ, ਸਾਰੀ ਕੁੱਲ ਜਗ੍ਹਾ 35 ਜਾਨਵਰਾਂ ਵਾਸਤੇ ਕਿੰਨੀ ਹੋਣੀ ਚਾਹੀਦੀ ਹੈ ਔਰ ਤੁਹਾਡੀ ਕਿੰਨੀ ਹੈ? ਸਾਡੀ ਫਿਲਹਾਲ ਜਗ੍ਹਾ ਜਨਾਬ ਕਨਾਲ ਅਸੀਂ ਕਵਰ ਕੀਤੀ ਜੀ। ਇਹ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ ਹਾਂਜੀ। ਕੈਮਰੇ 'ਚ, ਇੱਕ ਨਾਲ ਹੈ। ਹਾਂ ਤੇ ਸਾਡੇ ਡੰਗਰੇ ਦੇ ਚ ਸਹੀ ਕਵਰ ਹੈ ਨਹੀਂ ਹੈ, ਭਾਈ ਬਾਹਰ ਹੀ ਬੰਨੇ ਨੇ। ਅੱਛਾ ਵੀ ਪੂਰੇ ਕਵਰ ਨਹੀਂ? ਹਾਂ ਸਾਡੇ ਹੁਣ ਇਸ ਤੋਂ ਇਲਾਵਾ ਨਾਲ ਜਗ੍ਹਾ ਬਣੀ ਹੈ, ਅੱਛਾ। ਸਾਡੀ ਮਰਜ਼ੀ ਆ ਕਿ ਨਾ ਪਿੱਛੇ ਜਗ੍ਹਾ ਥੋੜੀ ਘੇਰੀ ਹੈ ਹੋਰ। ਅੱਛਾ ਤਕਰੀਬਨ 35 ਡੰਗਰਾਂ ਵਾਸਤੇ ਸਹੀ ਤਰੀਕੇ ਕਾਰ ਨਾਲ 2 ਕਨਾਲਾਂ ਜਗ੍ਹਾ ਬਿਹਤਰੀਨ ਜਗ੍ਹਾ ਜੀ। ਯਾਨੀ ਕਿ 35 ਡੰਗਰ ਹੋਣ ਤੇ 2 ਕਨਾਲ ਜਗ੍ਹਾ ਹੋਣੀ ਚਾਹੀਦੀ ਹੈ। ਵਿੱਚ ਬਰਾਂਡੇ ਸ਼ਰਾਂਡੇ ਹੋਣ ਤੇ ਵਿੱਚ ਬਰਾਂਡੇ ਵੀ ਆ ਗਏ, ਹਾਂ। ਪੱਕੀ ਤੇ ਕੱਚੀ ਜਗ੍ਹਾ ਵੀ ਆ ਗਈ, ਬਿਲਕੁਲ ਹਾਂਜੀ। ਤੇ ਵਿੱਚ ਤੂੜੀ ਵਾਸਤੇ ਵੀ ਤੇ ਆਪਣਾ ਹਾਂਜੀ। ਟੋਕਾ ਸ਼ੋਕਾ ਵੀ, ਨਵਾਉਣ ਵਾਸਤੇ ਵੀ। ਨਹਾਉਣ ਵਾਸਤੇ ਅੱਛਾ ਤੁਸੀਂ ਕਿਸ ਨਹਾਉਣ ਸ਼ਹਾਉਣ ਦਾ ਸਾਡੇ ਇੱਧਰ ਕੋਈ ਨਹੀਂ, ਸਾਡਾ ਮਾਲ
ਤਾਂ ਤੁਹਾਡਾ ਤੇ ਦਰਿਆ ਹੀ ਟੁਰ ਜਾਂਦਾ ਦਰਿਆ ਨਾ, ਟੁਰ ਜਾਂਦਾ। ਕਿਉਂਕਿ ਨਾਜ਼ਰੀਨ ਅਹਿਮਦਪੁਰ ਜਿਹੜਾ ਹੈ ਬਿਲਕੁਲ ਦਰਿਆ ਦੇ ਨਾਲ ਹੈ, ਦਰਿਆ ਤਵੀ ਦੇ ਨਾਲ। ਰਿਆਇਤਾਂ ਦੇ ਨਾਲ। ਅੱਛਾ ਭਾਈ ਤਾਰਕ, ਇਹ ਦੱਸਿਓ ਕਿ 35 ਡੰਗਰਾਂ ਵਾਸਤੇ ਤੁਸੀਂ ਇਹ ਜਿਹੜਾ ਰੱਖਿਆ ਹੈ ਕਨਾਲ ਜਗ੍ਹਾ, ਇਹਦੇ ਵਿੱਚ ਤੁਹਾਂ ਕਿੰਨੀ ਛੱਤੀ ਹੈ ਔਰ ਕਿੰਨੀ ਖੁੱਲੀ ਹੈ? ਇਹਦੇ ਜਨਾਬ ਤਕਰੀਬਨ ਦੇਖ ਲਓ 15 ਮਰਲੇ ਹੋਣਗੇ, 10 ਮਰਲੇ ਹੋਣਗੇ। 10 ਮਰਲੇ ਛੱਤੀ ਹੈ, ਬਕਾਇਆ ਖਾਲੀ ਹੈ ਤੇ ਬਕਾਇਆ ਖਾਲੀ ਪਈ ਹੈ। ਤੇ ਅਗਰ ਤੁਸੀਂ ਸਾਰੀ ਛੱਤ ਲਓ ਤਾਂ ਫਿਰ ਵੀ ਘੱਟ ਹੈ। ਫਿਰ ਵੀ ਘੱਟ ਹੈ ਜਨਾਬ, ਕਿਉਂਕਿ ਜਗ੍ਹਾ ਸੀ ਹੁਣ ਆਇਆ ਦੁਬਾਰਾ ਕਰਨੀ ਹੈ ਇੱਧਰੋਂ ਸ਼ੌਰ ਬਰਾਂਡਾ ਬਾਹਰ ਵਾਲੀ ਸਾਈਡ ਬਣਾਈਏ। ਅੱਛਾ, ਸਹੀ ਹੈ। ਤੇ ਅੱਛਾ, ਅਗਰ 36 ਜਗ੍ਹਾ ਹੋਏ 35 ਵਾਸਤੇ, ਉਹ ਕਿੰਨੀ ਹੋਣੀ ਚਾਹੀਦੀ 36 ਖਾਲੀ? 36 ਜਗ੍ਹਾ ਜਨਾਬ ਤੁਸੀਂ ਉਹ 15 ਮਰਲੇ ਜਗ੍ਹਾ ਹੋਏ ਨਾ। ਅੱਛਾ, ਬਰਾਂਡਾ ਚਰਾਂਦਾ ਚੰਗਾ ਦੋਵਾਂ ਪਾਸੇ ਖੁਰਲੀਆਂ ਬਣੀਆਂ ਦੋਵੇਂ ਹੋਣ। ਪਾਸੇ ਖੁੱਲੀਆਂ ਠੀਕ ਹੈ, ਬੇਸ਼ੁਮਾਰ ਜਗ੍ਹਾ। ਸਹੀ ਹੋ ਗਿਆ। ਠੀਕ ਹੈ, ਲੇਕਿਨ ਤੁਹਾਨੂੰ ਬਹੁਤ ਜ਼ਿਆਦਾ ਮਸਲਾ ਤੇ ਪੇਸ਼ ਨਹੀਂ ਆ ਰਿਹਾ ਕਿਉਂਕਿ ਨਾਲ ਤੁਹਾਡੇ ਕੋਲ ਪੈਲੀਆਂ ਖੁੱਲੀਆਂ ਨੇ, ਪੈਲੀਆਂ ਖੁੱਲੀਆਂ ਨਹੀਂ, ਸਾਨੂੰ ਕੋਈ ਮਸਲਾ ਨਹੀਂ। ਤੁਹਾਨੂੰ ਇੰਨਾ ਇਸ਼ੂ ਨਹੀਂ ਚੱਲਦਾ ਪਿਆ। ਹਾਂਜੀ। ਉਂਝ ਨਾਜ਼ਰੀਨ, ਤਾਰਕ ਭਾਈ ਦਾ ਕਹਿਣ ਦਾ ਮਕਸਦ ਹੈ ਕਿ ਅਗਰ 35 ਜਾਨਵਰ ਕੋਈ ਬੰਦਾ ਰੱਖਦਾ ਹੈ ਤਾਂ ਫਿਰ 2 ਕਨਾਲ ਜਗ੍ਹਾ ਉਹਦੇ ਕੋਲ ਹੋਣੀ ਚਾਹੀਦੀ ਹੈ। ਠੀਕ ਹੋ ਗਿਆ। ਅੱਛਾ, ਹੁਣ ਇਹ ਦੱਸਿਓ ਕਿ ਸਾਲ ਦੀ ਤੂੜੀ ਕਿੰਨੀ ਇਕੱਠੀ ਕਰਦੇ ਹੋ? ਜਨਾਬ ਤੂੜੀ ਜਾ ਕੇ ਤੌਰ ਜਾ ਕੇ ਕਣਕਾਂ ਛਣਕਾਂ ਬਹੁਤ ਛਾੜ ਜੀ ਬਿਲਕੁਲ। ਤੇ ਆਪਣੀ ਤਕਰੀਬਨ ਕੋਈ 5 ਕਿੱਲੇ ਦੀ ਤੂੜੀ ਸੀ ਜਿਹੜੀ ਅਸੀਂ ਪਤਰਾ ਵੜਾ ਕੇ ਅੰਦਰ ਲਾਈ। ਅੱਛਾ, 5 ਕਿੱਲਿਆਂ ਦੀ? 5 ਕਿੱਲਿਆਂ ਦੀ। ਇਹ ਕਿੰਨੀ ਕੁ ਬਣ ਗਈ ਮਾਸ਼ਾਅੱਲਾ? ਸਾਲ ਹੁੰਦਾ ਦਾ 200 ਕਮਾਣ ਹੁੰਦੀ ਹੈ ਸਾਲ। 200 ਕਮਣ? ਜਿਹੜੀ ਤੁਸੀਂ 200 ਕਮਣ ਤੂੜੀ ਜਿਹੜੀ ਉਹ ਸੇਵ ਕਰ ਲਈ। ਹਾਂਜੀ। ਠੀਕ ਹੋ ਗਿਆ। ਤੇ ਬਾਕੀ ਤੁਹਾਡਾ ਪੱਠਾ ਤਾਂ ਤੁਸੀਂ ਦੱਸਿਆ ਕਿ ਨਾਲ ਤੁਸੀਂ 2-3 ਕਿੱਲੇ ਜਿਹੜਾ ਨਾ ਉਹ ਲੈ ਲੈਂਦੇ ਹੋ। ਜਵਾਰ ਹੀ ਕੋਈ 3-4 ਕਿੱਲੇ 490। ਅੱਛਾ। ਵਿਸ਼ਾਲਾ ਹੀ ਆੜੂ ਸਾਡੇ ਕੋਲ, ਹਾਂ। ਉਹ ਵੀ ਅੱਜ ਜਵਾਰ ਦੇ ਇੱਕ ਤਿਆਰ ਹੋਈ ਤੇ ਛਾਲਾ ਵੀ ਆਇਆ ਸੀ। ਅੱਛਾ। ਬੀਜ ਹੀ ਬਣਾਇਆ ਸੀ ਘਰ ਦਾ ਹੀ ਆਪਣਾ। ਠੀਕ ਹੈ। ਤੇ ਜਵਾਰ ਜਿਹੜੀ ਇਹ ਤੁਸੀਂ ਦੱਸਿਆ ਕਿ 5 ਕਿੱਲੇ ਆਪਣੀ ਵੀ ਹੈ, 3 ਕਿੱਲੇ ਤੁਸੀਂ ਠੇਕੇ ਤੇ ਵੀ ਲੈਂਦੇ ਹੋ, 8 ਕਿੱਲੇ ਉਹ ਪੂਰੀ ਹੋ ਜਾਂਦੀ ਹੈ ਪੂਰੇ ਸਾਲ ਦੀ ਐਨੇ ਡੰਗਰਾਂ ਲਈ? ਜਵਾਰ ਨਹੀਂ ਖੈਰ, ਜਵਾਰ ਤਾਂ ਅਸੀਂ ਆਪਣੀ ਜਗ੍ਹਾ 'ਚ ਰਹਿੰਦੇ 3 ਕਿੱਲੇ। ਜੇ ਛਟਾਲੇ ਦੀ ਗੱਲ ਕਰ ਰਹੇ ਹਾਂ, ਅੱਛਾ। ਛਟਾਲੇ ਵਾਸਤੇ ਅਸੀਂ ਜਗ੍ਹਾ ਲਈ 2, 2.5, 3 ਕਿੱਲੇ। ਸਹੀ ਹੈ। ਤੇ ਬਕਾਇਆ ਆਪਣੀ ਜਗ੍ਹਾ 'ਚ ਕਣਕ ਜ਼ਿਆਦਾ ਰਾਈਦੀ ਹੈ। ਸਹੀ ਹੈ। ਯਾਨੀ ਅਗਰ ਤੁਸੀਂ ਕਣਕ ਨਾ ਲਾਓ ਤੇ ਫਿਰ 5 ਕਿੱਲੇ ਕਾਫੀ ਹੁੰਦੀ ਹੈ? ਪੱਠੇ ਹਾਂ ਜਾਂ 5 ਕਿੱਲੇ ਕਾਫੀ ਬਹੁਤ ਯਾਨੀ 35 ਜਾਨਵਰਾਂ ਵਾਸਤੇ 5 ਕਿੱਲੇ ਜ਼ਮੀਨ ਬਹੁਤ ਹੈ। ਬਹੁਤ ਜ਼ਿਆਦਾ। ਐਸੂ ਘੱਟ ਵੀ ਵਾਰਾ ਖਾਈ ਜਾਂਦੀ ਹੈ ਨਹੀਂ? ਹਾਂ ਘਾਹ ਜਾਂ ਸੁੱਕਾ ਹੋਏ ਨਾਲ ਤੇ ਘੱਟ ਵੀ ਵਾਰਾ ਖਾ ਜਾਂਦੀ ਹੈ। 4 ਕਿੱਲੇ ਨਾਲ ਹੀ ਕੰਮ ਚੱਲ ਜਾਂਦਾ। ਠੀਕ ਹੋ ਗਿਆ। ਸੁੱਕਾ ਹੋਣਾ ਚਾਹੀਦਾ। ਤੇ ਫਿਰ ਤੁਸੀਂ ਕਿਉਂ ਆਪਣਾ ਨੁਕਸਾਨ ਤੋਂ ਕਿਉਂ ਨਹੀਂ ਬਚਦੇ ਪਏ ਕਿ ਅਗਰ ਤੁਸੀਂ ਸੈਲਜ ਨਾਲ ਬਣਾ ਲਓ, ਨਾਲ ਤੂੜੀ ਇਕੱਠੀ ਕਰ ਲਓ, ਤਾਂ ਫਿਰ ਤੁਸੀਂ ਇਹ ਠੇਕੇ ਤੋਂ ਵੀ ਬਚ ਸਕਦੇ ਹੋ। ਸਾਲੇ ਦੇ ਜਨਾਬ ਤੋਂ ਜਗ੍ਹਾ ਰਕਬਾ ਬਹੁਤ ਜ਼ਿਆਦਾ ਚਾਹੀਦਾ। ਰਕਬਾ ਚਾਹੀਦਾ। ਹਾਂ ਜੀ, ਰਕਬਾ ਸਹੀ ਹੈ। ਬਹੁਤ ਜ਼ਿਆਦਾ ਚਾਹੀਦਾ। ਠੀਕ ਹੋ ਗਿਆ। ਯਾਨੀ ਸੈਲਜ ਵਾਸਤੇ ਪੱਠੇ ਡੰਗਰਾ ਜਾਨਵਰ ਤੋਂ ਪਾਉਣ ਤੋਂ ਲੈਲਾ ਫਾਲਤੂ ਪੱਠੇ ਹੋਣ ਤੇ ਉਹਦਾ ਫਿਰ ਸਾਲੇ ਬੰਦਾ ਬਣਾ ਸਕਦਾ। ਠੀਕ ਹੋ ਗਿਆ। ਅੱਛਾ ਭਾਈ ਤਾਰਕ, ਤੁਸੀਂ ਬੜੇ ਕਮ ਵਕਤ 'ਚ ਸਾਨੂੰ ਬੜੀਆਂ ਮੁਫੀਦ ਗੱਲਾਂ ਦੱਸੀਆਂ ਨੇ ਔਰ ਉਮੀਦ ਹੈ ਕਿ ਸਾਡੇ ਜਿਹੜੇ ਨਾਜ਼ਰੀਨ ਨੇ ਉਹਨਾਂ ਨੂੰ ਤੁਹਾਡੀਆਂ ਗੱਲਾਂ ਪਸੰਦ ਆਉਣਗੀਆਂ। ਹਰ ਹਵਾਲੇ ਨਾਲ ਅਸੀਂ ਗੱਲ ਪੁੱਛ ਲਈ, ਦੁੱਧ ਦੇ ਹਵਾਲੇ ਨਾਲ, ਜਾਨਵਰਾਂ ਦੇ ਹਵਾਲੇ ਨਾਲ। ਹੁਣ ਇੱਕ ਛੋਟੀ ਜਿਹੀ ਵੀਡੀਓ ਬਣਾਵਾਂਗੇ ਤੁਹਾਡੇ ਜਿਹੜੇ ਤੁਸੀਂ ਕੱਟੇ ਤਿਆਰ ਕਰ ਰਹੇ ਹੋ ਜਾਂ ਤੁਸੀਂ ਕੱਟਾ ਜਿਹੜਾ ਲਿਆਂਦਾ ਹੈ ਉਹਦੇ ਤੇ ਬਣਾਵਾਂਗੇ। ਅਸਲਾਮ ਵਾਲੇਕੁਮ ਜੀ।